वाहिगुरु। एक ओंकार सतनाम करता पुरख निर्भय निर्वैर आदि मूरत अजूनी आद सच जुगाद सच है सच नानक होसी भी सच। ठीकर फोर दिलीस सिर प्रभुपुर कियो बयान तेग बहादुर सी क्रिया कभी ना किन्हू आन। तेग बहादुर के चलत भयो जगत को शोक है सब जग भयो जय 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 सुरलोक। तिलक जंजू राखा प्रभुता का तीनों बड़ो कलू में साका। साधन एत तीजन करी शीश दिया पर सीना चुरी। जेता जियो पिंड सब तेरा तू अंतर जामी पुरख भगवान। दासन दास करे जन नानक जेहा तू कराए तेहा करी वख्यान। जुगो जुग अटल शब्दो अवतार चवन तखत दे मालक गुरता गदी ते विराजमान। साहिबे करामात साहिबे बरकत सर्व सांझी वालता दे प्रतीक धन धन साहिब श्री गुरु ग्रंथ साहिब जी की पावन पवित्र गोद अंदर सुभायमान गुरमुख सत्संगी जनो सारे ही गुरु की बख्शी हुई फतेह नाल साझ करो। वाहिगुरु जी का खालसा वाहिगुरु जी की फतेह। तिलक जंजू राखा प्रभुता का कीडो बदो कलू में साका। संसार भर के अंदर ये शब्द गाया जा रहा है। केवल इस हिंदुस्तान की धरती ते नहीं जिथे जिथे गुरु नानक नाम लेवा गुरु का सिख बैठा है संसार के किसी खिते विच भी। सो गुरु पातशाह धन धन साहिब श्री गुरु तेग बहादुर जी ने तिलक जंजू की रखिया करदिया होया अपने आप नूं वार दिता। पर जदों असी इतिहास पढ़ते हाँ धन धन साहिब श्री गुरु तेग बहादुर जी का जीवन पढ़ते हाँ क्योंकि गुरु नानक देव जी तो ही बाबर ते बाबेकियां की टक्कर चलती आई है। गुरु नानक देव जी ने बाबर के घोड़े दियां लगामां पकड़ के कह दिता बाबर तू जाबर है। पाप की जंज ले काबलो धाया जोरी मंगे दान दे लालो। ये जुरत भरिया वचन उस वेले गुरु नानक देव जी नूं बाबर नूं कह दिता। जे गुरु अंगद देव जी के दरबार विच हमायूं आया ते हमायूं का कोई आदर सत्कार नहीं किया ते हमायूं ने कृपान की मुठ ते अपना हथ पाया। गुरु अंगद देव जी कहते ने हमायूं
ਇਹ ਤਲਵਾਰ ਨੂੰ ਫਕੀਰਾਂ ਤੇ ਤੂੰ ਤਿਆਰ ਕਰ ਰਿਹਾ ਹੈ ਚਲਾਉਣ ਵਾਸਤੇ। ਇਹ ਤਲਵਾਰ ਉਦੋਂ ਕਿਉਂ ਖੁੰਡੀ ਹੋ ਗਈ ਸੀ ਜਦੋਂ ਸ਼ੇਰਸ਼ਾਹ ਸੂਰੀ ਨਾਲ ਤੂੰ ਜੰਗ ਦੇ ਮੈਦਾਨ ਵਿੱਚੋਂ ਹਾਰ ਕੇ ਪਿੱਠ ਦਿਖਾ ਕੇ ਭੱਜ ਆਇਆ ਸੀ। ਫਿਰ ਗੁਰੂ ਅਰਜਨ ਦੇਵ ਜੀ ਦਾ ਸਮਾਂ ਆਇਆ। ਇੱਕ ਪਾਸੇ ਗੁਰੂ ਅਰਜਨ ਦੇਵ ਜੀ ਨੇ ਤੇ ਦੂਜੇ ਪਾਸੇ ਜਹਾਂਗੀਰ ਹੈ। ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤਾ। ਤੇ ਜੇ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸੰਪਾਦਨ ਕਰਕੇ ਤੇ ਸਾਡੇ ਵਾਸਤੇ ਇਹ ਇੱਕ ਥਾਲ ਪਰੋਸ ਕੇ ਦਿੱਤਾ ਤੇ ਇਹਦੇ ਵਿੱਚ ਵਚਨ ਆਉਂਦਾ ਹੈ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਕੇਵਲ ਕਹਿਣ ਮਾਤਰ ਨਹੀਂ, ਕਿਆ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ। ਤੇ ਫਿਰ ਇਹ ਦੱਸਿਆ ਤਤੀ ਤਵੀ ਦੇ ਉੱਤੇ ਬੈਠ ਕੇ ਕਿਹਾ ਕਿ ਇਸ ਤਰੀਕੇ ਨਾਲ ਪ੍ਰਮਾਤਮਾ ਤੇਰਾ ਮਿੱਠਾ ਭਾਣਾ ਲੱਗਦਾ ਹੈ। ਸਰੀਰ ਤੇ ਗਰਮ ਰੇਤਾ ਪਵਾਈ, ਉਬਲਦੀ ਦੇਗ ਵਿੱਚ ਆਪ ਬੈਠੇ ਗੁਰੂ ਅਰਜਨ ਦੇਵ ਜੀ। ਤੇ ਫਿਰ ਦੇਖੋ ਇੱਕ ਪਾਸੇ ਗੁਰੂ ਅਰਜਨ ਦੇਵ ਜੀ ਦਾ ਪੋਤਰਾ ਹੈ ਗੁਰੂ ਤੇਗ ਬਹਾਦਰ ਜੀ ਤੇ ਜਹਾਂਗੀਰ ਦਾ ਪੋਤਰਾ ਹੈ ਔਰੰਗਜ਼ੇਬ। ਕਿਉਂਕਿ ਬਾਬਰ ਤੇ ਬਾਬਰਕਿਆਂ ਦੀ ਟੱਕਰ ਸ਼ੁਰੂ ਤੋਂ ਆਈ। ਗੁਰੂ ਤੇਗ ਬਹਾਦਰ ਜੀ ਦੀ ਜਦੋਂ ਆਮਦ ਹੋਈ ਹੈ ਅੰਮ੍ਰਿਤਸਰ ਦੀ ਉਹ ਧਰਤੀ, ਜਦੋਂ ਤੁਸੀਂ ਦਰਬਾਰ ਸਾਹਿਬ ਜਾਂਦੇ ਹੋ ਥੋੜੀ ਜਿਹੀ ਵਿੱਚ ਤੇ ਗੁਰੂ ਕੇ ਮਹਿਲ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਜਦ ਜਾਉਂਦੇ ਹੋ ਦਰਸ਼ਨ ਕਰਕੇ ਆਇਆ ਕਰੋ। ਉਸ ਧਰਤੀ ਨੂੰ ਬੜੇ ਭਾਗ ਲੱਗੇ ਨੇ। ਉੱਥੇ ਗੁਰੂ ਰਾਮਦਾਸ ਜੀ ਪਰਿਵਾਰ ਨਾਲ ਰਹੇ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਵੀ ਉੱਥੇ ਰਹੇ ਨੇ। ਉਸ ਸਥਾਨ ਤੇ ਜਨਮ ਹੋਇਆ ਤੇ ਜਨਮ ਹੋਇਆ ਅੰਮ੍ਰਿਤ ਵੇਲੇ। ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਸਾਹਿਬ ਦੇ ਅੰਦਰ ਬੈਠ ਕੇ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਸਨ। ਸਿੱਖ ਨੇ ਆ ਕੇ ਦੱਸਿਆ, ਦਾਤਾ ਜੀ ਘਰ ਪੰਜਵਾਂ ਪੁੱਤਰ ਦੇ ਜਨਮ ਹੋਇਆ ਹੈ, ਪੰਜਵੇਂ ਪੁੱਤਰ ਦਾ। ਕਿਉਂਕਿ ਪਹਿਲੋਂ 4 ਪੁੱਤਰ ਸਨ, ਇੱਕ ਧੀ ਸੀ ਬੀਬੀ ਵੀਰੋ ਤੇ ਪੰਜਵਾਂ ਪੁੱਤਰ ਗੁਰੂ ਤੇਗ ਬਹਾਦਰ ਜੀ। ਜਦੋਂ ਸਮਾਪਤੀ ਤੋਂ ਬਾਅਦ ਕੀਰਤਨ ਦੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਆਏ, ਮੀਰੀ ਪੀਰੀ ਦੇ ਮਾਲਕ ਨਾਲ ਕੁਝ ਸਿੱਖ ਸਨ। ਤੇ ਜਦੋਂ ਬਾਲ ਗੁਰੂ ਤੇਗ ਬਹਾਦਰ ਜੀ ਨੂੰ ਗੋਦੀ ਵਿੱਚ ਲਿਆ, ਹੱਥਾਂ ਵਿੱਚ ਲਿਆ ਤੇ ਲੈ ਕੇ ਨਮਸਕਾਰ ਕਰ ਦਿੱਤੀ। ਨਾਲ ਸਿੱਖਾਂ ਨੇ ਪੁੱਛਿਆ, ਭਾਈ ਵਿਧੀ ਚੰਦ ਨੇ, ਦਾਤਾ ਜੀ ਪੁੱਤਰ ਘਰ ਪਹਿਲੋਂ ਵੀ 4 ਜੰਮੇ ਨੇ ਤੇ ਪੁੱਤਰ ਪਹਿਲੋਂ ਵੀ 4 ਜੰਮੇ ਨੇ, ਧੀ ਵੀ ਜੰਮੀ ਹੈ, ਕਿਸੇ ਨੂੰ ਨਮਸਕਾਰ ਨਹੀਂ, ਅੱਜ ਇਸ ਪੁੱਤਰ ਨੂੰ ਨਮਸਕਾਰ ਕਿਉਂ? ਕਹਿੰਦੇ ਨੇ ਇਹ ਮੇਰਾ ਪੁੱਤਰ ਜਿਹੜਾ ਹੈ ਨਾ ਪਰਦੇ ਪਾਉਣ ਵਾਲਾ ਆ ਗਿਆ ਹੈ। ਸਮਾਂ ਆਪਣੀ ਚਾਲ ਚੱਲਿਆ ਤੇ ਬਾਬਾ ਗੁਰਦਿੱਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਪੁੱਤਰ ਸਨ, ਉਹਨਾਂ ਦੀ ਸ਼ਾਦੀ ਸੀ। ਬਰਾਤ ਜਨ ਤਿਆਰ ਹੋ ਕੇ ਚੱਲੀ ਹੈ, ਉਹਦੀ ਤਿਆਰੀ ਹੋ ਰਹੀ ਹੈ। ਮਾਤਾ ਨਾਨਕੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਬੜਾ ਸੁੰਦਰ ਕੀਮਤੀ ਪੁਸ਼ਾਕਾ ਪਹਿਨਾਇਆ ਹੈ ਤੇ ਜਦੋਂ ਪਹਿਨ ਕੇ ਬਾਹਰ ਨਿਕਲੇ ਨੇ, 4 ਸਾਲ ਦੀ ਉਮਰ ਹੈ ਗੁਰੂ ਤੇਗ ਬਹਾਦਰ ਜੀ। ਵਿਦਵਾਨਾਂ ਨੇ ਲਿਖਿਆ ਬਾਹਰ ਨਿਕਲੇ ਨੇ, ਕੀ ਦੇਖਦੇ ਨੇ ਬੱਚੇ ਬਹੁਤ ਖੜੇ ਨੇ। ਉਹਨਾਂ ਵਿੱਚ ਇੱਕ ਬੱਚਾ ਐਸਾ ਵੀ ਹੈ ਜਿਹਦੇ ਸਰੀਰ ਤੇ ਕੱਪੜਾ ਕੋਈ ਨਹੀਂ, ਠੰਡ ਦਾ ਸਮਾਂ ਹੈ। ਪੁੱਛਿਆ ਜਾ ਕੇ ਕਿ ਤੇਰੇ ਸਰੀਰ ਤੇ ਕੱਪੜਾ ਕਿਉਂ ਨਹੀਂ, ਤੇਰੀ ਮਾਂ ਨੇ ਤੈਨੂੰ ਕੱਪੜਾ ਨਹੀਂ ਪਵਾਇਆ? ਤੇ ਅੱਗੋਂ ਬੱਚਾ ਕਹਿੰਦਾ, ਕਿਹੜੀ ਐਸੀ ਮਾਂ ਹੈ ਜਿਹੜੀ ਆਪਣੇ ਬੱਚੇ ਨੂੰ ਕੱਪੜਾ ਨਹੀਂ ਪਵਾਏਗੀ, ਪਰ ਮੇਰੀ ਮਾਂ ਕੋਲ ਕੁਝ ਹੈ ਹੀ ਨਹੀਂ। ਆਪਣਾ ਕੀਮਤੀ ਪੁਸ਼ਾਕਾ ਲਾ ਕੇ ਤੇ ਉਸ ਬੱਚੇ ਨੂੰ ਪਵਾ ਦਿੱਤਾ, ਉਹਦਾ ਨਗਨ ਸਰੀਰ ਢੱਕ ਦਿੱਤਾ, ਆਪ ਚੱਲ ਕੇ ਘਰ ਆ ਗਿਆ। ਮਾਤਾ ਨਾਨਕੀ ਪੁੱਛਦੀ ਹੈ, ਪੁੱਤਰ ਇਤਨਾ ਕੀਮਤੀ ਪੁਸ਼ਾਕਾ ਪਾਇਆ ਸੀ, ਪੁਸ਼ਾਕਾ ਕਿੱਥੇ ਲਾ ਕੇ ਆ ਗਿਆ? ਅੱਗੋਂ ਜਵਾਬ ਦਿੱਤਾ ਸੀ, ਮਾਂ ਇੱਕ ਗਰੀਬ ਬੱਚਾ ਸੀ ਜਿਹਦਾ ਸਰੀਰ ਨੰਗਾ ਸੀ, ਉਹਦੇ ਸਰੀਰ ਤੇ ਕੱਪੜਾ ਕੋਈ ਨਹੀਂ ਸੀ ਤੇ
मैं अपना कीमती जिहड़ा तुसीं पोशाका पवाया सी उसनूं उतार के दे आया, क्योंकि तू मैनूं पता है मेरे बहुत ने, तू मैनूं होर पवा देंगे। ये बचपन दे, क्योंकि परदे बचपन तो ही ते जदों संगत विच भी आउणा ते गुरमुख विद्वान लिखते हैं उदों भी नीवी पा के आके बैठ जाना, किसी नाल वध घट गल नहीं करनी। समा अपनी चाल चलिया, गुरु पातशाह कीरत करतारपुर साहिब पहुंचे। करतारपुर दे अंदर गुरु तेग बहादुर जी का आनंद कारज होया माता गुजरी नाल। लाल चंद जी धी सी माता गुजरी जी, ते जदों माता गुजरी वाल तकदे हाँ ते उन्हां वर्गा भी संसार दे अंदर कोई नहीं। जिहड़ी आप शहीद है, जिहदा पति शहीद, पिता शहीद, चार पुत्रे शहीद ते ननाण दे पंज पुत्र, बीबी वीरो दे पंज पुत्र, पंजे दे पंजे शहीद, ते जिसदा भरा कृपाल चंद वो भी शहीद। ये माता गुजर कौर जिहदा बाद विच माता गुजरी, ते उस नाल आनंद कारज होया। करतारपुर दे अंदर ही जंग हुई चौथी गुरु हरगोबिंद साहिब जी नाल, ते उत्थे हत्थ विच शस्त्र पकड़ के गुरु तेग बहादुर जी ने शस्त्रां दा जोहर दिखाया। करतारपुर तो फिर कीरतपुर साहिब पहुंचे। कीरतपुर साहिब दे अंदर उत्थे कुछ समा बतीत किया, ते उस वेले गुरु हरगोबिंद साहिब जी जदों ज्योति जोत समाउण लगे, ते उस वेले गुरगद्दी अपने वड्डे सपुत्र बाबा गुरदित्ता जी दे छोटे सपुत्र धन धन साहिब श्री गुरु हरराय साहिब जी नूं दित्ती। ते उस वेले माता नानकी जाके कहती है, कहते ने कि सतगुरु जी तुसी आप सारे जानते हो मेरा पुत्र ते किसी नाल गल भी नहीं करता, ਇਹਦਾ ਕੀ ਬਣਨਾ है? तुसी क्या सी आने वाले समय विच ये गुरता गद्दी ते विराजमान होएगा ते मेरे पुत्र दा की बनेगा? उस वेले गुरु हरगोबिंद साहिब जी ने कहा, नानकी समा आएगा तेरा पुत्र गुरगद्दी ते बैठेगा, पर अजे समा नहीं आया। जो समा आएगा तो उस वेले एक कटार, एक रुमाल ते एक पोथी दे के क्या तुसी बकाले चले जाओ। जिहड़ा उस वेले रुमाल दिता भावना वाले कहते ने यही रुमाल इस हिंदुस्तान वास्ते चादर बन गया। ते जदों बाबा बकाले चले गए, समा आया गुरु हरराय साहब जी का, फिर उस तो बाद गुरु हरराय साहब जी तो बाद गुरु हरकृष्ण साहब जी गुरता गद्दी ते विराजमान हुए। गुरु हरकृष्ण साहब जी इस दिल्ली की धरती ते आए जिथे गुरुद्वारा बंगला साहिब है। उदों इत्थे चेचक की बीमारी फैली हुई सी, रोगियों का इलाज करते करते हुए उन्हां दे शरीर ते भी रोग का असर होया। अपना अंतिम समा जान के जदों अंतला समा सी, उस वेले भावना वाले सिखां ने पूछा, पातशाह तुसी जा रहे हो इस सिख संगतां नूं किस दे लड़ लगा के जा रहे हो? कौन अगवाई करेगा आगे? ते उस वेले कह दिता कि बाबा बसहे ग्राम बकाले, बन गुर संगत सकल संभाले। ते ये उपदेश दिता। भावना वाले ये भी लिखते हैं कि एक थाली के अंदर नारियल 5 पैसे जो उस वेले मर्यादा सी वो रख के ते सज्जे हाथ नाल परिक्रमा करके कह दिता। ते समा जदों चाल चलिया, आप ज्योति जोत समा गए। उधर जदों सोढ़ियां नूं पता लगा ते उत्थे 22 मंजियां लगियां बकाले विच, क्योंकि पहला नाम तो बकाला सी। गुरु हरकृष्ण साहिब जी के कहण तो बाद फिर बाबा बकाला नाम वसिया ते उत्थे 22 मंजियां लग गईयां। उन्हां विचों सब तो अगे धीरमल सी, जिहड़ा गुरु हरगोबिंद साहिब जी का पोता, बाबा गुरदित्ता जी का वड्डा सपुत्र, छोटे सपुत्र गुरु हरराय साहिब जी सन। ते धीरमल कोल गुरु ग्रंथ साहिब जी का स्वरूप भी सी।
ते संगतां उत्थे गुमराह हो रही ने। माता नानकी जी कहते ने पुत्र गुरु पातशाह हुक्म कर गए ने कि तुसी गुरता गद्दी ते विराजमान हो, पर तुसी प्रगट हो ते कुछ नहीं बोलते। ते उस वेले एक घटना वापरी। घटना ये वापरी कि एक मक्खन शाह लबाना सी, जिहड़ा बहुत बड़ा व्यापारी सी, ओदे नाल हमेशा ही 500 घुड़सवार रहंदे सन। इतना बड़ा व्यापारी वो आ रहा सी अपने पानी के जहाज विच। सूरत की बंदरगाह के अंदर उदा जहाज दलदल विच फस गया। कुछ बरते विच कहंदे ने फस गया। जिहड़े जहाज चलाउण वाले सन वो कहंदे ने बाहर कढी ते अंदर फसदा सी। उन्होंने हाथ खड़े कर दिते, इस जहाज नूं हुण कोई नहीं बचा सकदा। वाहिगुरू वाहिगुरू। जदों उन्होंने हाथ खड़े कीते ते भावना वाला गुरु नानक देव जी का घर का श्रद्धालु सी, उस वेले मक्खन शाह लबाना कहता मेरे को एक ऐसा मला है जिहड़ा डुबदियां नूं तारन वाला है, तुसी चुप कर जाओ। कहते ने विद्वान लिखते ने उन्हें हाथ मुंह सुच्चे करके पानी नाल गल विच पल्ला पा के ते जपजी साहिब दा पाठ बड़े प्यार नाल कीता। देखो ध्यान दिया करो, जपजी साहिब का पाठ जरूर कराया करो, आप भी कराया करो, बच्चियां भी कराया करो, क्योंकि देखो वो भावना वाला जपजी साहिब का पाठ करके उन्हें अरदास की, गल विच पल्ला पा के सच्चे पातशाह मेरा ये डुबदा जहाज जिहड़ा है बेड़ा किनारे ते लगाओ, तुहाडी दसवंत दी माया मैं तुहाडे हत्थ विच आके तुहाडे कोल पहुंचावांगा। गुरु ने कृपा की, उहदा जहाज जिहड़ा है किनारे ते लगा। वो अपने नाल अपने परिवार को लैके इस दिल्ली की धरती ते आया। उन्हें पता लगा कि जेड़े गुरु हरकृष्ण साहिब जी ज्योति जोत समा गए ने ते नौवें पातशाह जेड़े बाबा बकाले विच ने। ये अपने नाल जदों उत्थे पहुंचया, उत्थे इहने जाके डेरा कीता ते जेड़े 22 मंजीदार सन उन्होंने पता लगा बड़ा वड्डा व्यापारी सिख है, बड़ा शाहूकार है। कहते ने बड़िया भेटावां चढ़ाएगा। आपो अपने उन्होंने जेडे चेले सन एजेंट बनाए हुए सन भेजे। सिख दे मन के अंदर भावना बनी कि मेरा गुरु तो बेपरवाह है। ये तो सारे इत्थे 22 गुरु ने, इन्हां विचों किहड़ा है? फिर सिख ने अरदास की, क्योंकि गुरु नानक देव जी ने सानू अरदास ही दी है। जदों साडे घर बच्चा जमदा है, बच्चे दे अजे मां के गर्भ विच होंदा, असीं उदों भी अरदास करदे हां। बच्चे का जन्म होया उदों भी अरदास कीती, बच्चे का नाम रखा उदों भी अरदास कीती, बच्चे नूं स्कूल पढ़ने पाया उदों भी अरदास कीती। बच्चा पढ़ लिख के फिर कामयाब होया, उहदी नौकरी वास्ते उहदे कामकार वास्ते अरदास कीती, बच्चे दे विआह वास्ते भी अरदास कीती। अरदास करके आनंद कारज होया, उहदे घर संतान भी उदों भी अरदास। ते माफ करना जदों अकाल चलाना कीता उदों भी सिख अंतम अरदास ही करता है, क्योंकि सिख दा जीवन अरदास दे नाल जुड़िया होया है। सो अज फिर उसने अरदास की, बाबा मक्खन शाह लबाना ने अरदास की, सतगुरु आया तो तुहाडे दर्शन करने वास्ते आए, इत्थे 22 मंजे ने। अज फिर सिख दे मन के अंदर भरम बन गया, ਇਹਦਾ भी बेड़ा तुसी ही बन्ने लगाउणा है। जिस तरह उत्थे पानी के अंदर बेड़ा डुबदे ने तुसी तारिया, इत्थे भी हुण तुसी ही बन्ने लगाना है। तुसी आप किनारे लगाओ ते आप प्रगट हो, जिहड़ी तुहाडी दसवंत दी माया तुसी आप लै लैनी है। विद्वान लिखते ने कि भाई मक्खन शाह लबाना ने की कीता, 2-2 मोहरा सारियां दे अगे रखियां 22 के 22 मंजीदारां नूं, पर कोई भी ऐसा नहीं जिहड़ा मंग के भेटा ले ले भाई दसवंत दी माया कित्थे है। ते उस वेले किसी ने भी नहीं मंगी। उत्थे पुछदा है मनाल, ऐसा नहीं हो सकता, मेरे गुरु हरकृष्ण साहिब जी का बचन व्यर्थ नहीं जा सकता। उन्होंने कहा कि अटल सच्चाई है, कोई इत्थे ही होएगा। कहते किसी को पूछया
ਤੇ ਕਿਸੇ ਨੇ ਦੱਸਿਆ, ਪੁੱਛਣ ਵਾਲੇ ਕੋਲ ਜਿਹਦੇ ਕੋਲ ਪੁੱਛਿਆ ਉਹਨੇ ਦੱਸਿਆ ਕਿ ਇੱਥੇ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਭ ਤੋਂ ਛੋਟਾ ਸਪੁੱਤਰ ਤੇਗ ਬਹਾਦਰ, ਉਹਨੂੰ ਤੇਗਾ ਵੀ ਕਹਿੰਦੇ ਨੇ, ਉਹ ਇੱਥੇ ਭੋਰੇ ਵਿੱਚ ਰਹਿੰਦਾ ਹੈ। ਕਦੀ ਕਦੀ ਬਾਹਰ ਨਿਕਲਦਾ ਹੈ ਤੇ ਮਨ ਨੇ ਆਵਾਜ਼ ਮਾਰੀ, ਮਨਾ ਇਹੀ ਹੋ ਸਕਦਾ ਹੈ। ਆਪਣੇ ਨਾਲ ਆਪਣੇ ਸਾਥੀਆਂ ਨੂੰ ਲੈ ਕੇ ਜਦੋਂ ਤੁਰਨ ਲੱਗਾ, ਨੇੜੇ ਪਹੁੰਚਿਆ ਤੇ ਅੱਗੇ ਪਾਤਸ਼ਾਹ ਜਿਹੜਾ ਸਿੱਖ ਬੈਠਾ ਸੀ ਉਹਨੂੰ ਕਹਿੰਦੇ ਨੇ, ਕੌਣ ਆ ਰਿਹਾ? ਕਹਿੰਦੇ ਨੇ ਪਾਤਸ਼ਾਹ ਭਾਈ ਮੱਖਣ ਸ਼ਾਹ ਲਵਾਣਾ, ਜਿਹੜਾ ਬਹੁਤ ਵੱਡਾ ਵਪਾਰੀ ਹੈ, ਉਹ ਆ ਰਿਹਾ ਹੈ। ਕਹਿੰਦਾ ਉਹਨੂੰ ਜਾ ਕੇ ਕਹਿ ਦੋ ਤੈਨੂੰ ਗੁਰੂ ਘਰ ਵਿੱਚ ਆਉਣ ਦੀ ਜਾਂਚ ਨਹੀਂ, ਲਾਹੋ ਲਸ਼ਕਰ ਲੈ ਕੇ ਆ ਰਿਹਾ। ਗੁਰੂ ਘਰ ਵਿੱਚ ਤੇ ਨਿਮਾਣਿਆਂ ਨੂੰ ਮਾਣ ਮਿਲਦਾ। ਜਦੋਂ ਇਹ ਬਚਨ ਕਹੇ, ਮੱਖਣ ਸ਼ਾਹ ਕਹਿੰਦੇ ਮਨਾ ਇਹੀ ਬੇਪਰਵਾਹ ਹੈ ਮੇਰਾ ਗੁਰੂ। ਤੇ ਅੱਗੇ ਗਏ, ਜਾ ਕੇ ਚਰਨਾਂ ਤੇ ਮੱਥਾ ਟੇਕੇ, 2 ਮੋਹਰਾਂ ਰੱਖੀਆਂ ਤੇ ਉਸ ਵੇਲੇ ਪਾਤਸ਼ਾਹ ਕਹਿੰਦੇ ਨੇ, ਮੱਖਣ ਸ਼ਾਹ ਬਚਨ ਕੀਤਾ ਸੀ ਦਸਵੰਤ ਦੀ ਮਾਇਆ ਰੱਖਾਂਗਾ, ਕੇਵਲ 2 ਮੋਹਰਾਂ। ਗੁਰੂ ਦੇ ਅੱਗੇ ਅਰਦਾਸ ਕਰਕੇ ਉੱਚੇ ਕੁਝ ਭਾਵਨਾ ਵਾਲੇ ਇਹ ਵੀ ਲਿਖਦੇ ਨੇ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸੂਰਜ ਪ੍ਰਕਾਸ਼ ਗ੍ਰੰਥ ਦੇ ਅੰਦਰ, ਉਹ ਕਹਿੰਦੇ ਨੇ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਮੋਢੇ ਤੋਂ ਚਾਦਰ ਉਤਾਰੀ ਤੇ ਮੋਢੇ ਤੋਂ ਜ਼ਖਮ ਸੀ। ਕਹਿੰਦੇ ਨੇ ਦੇਖੋ ਇਹ ਅਸੀਂ ਤੁਹਾਡੇ ਬੇੜੇ ਨੂੰ ਬੰਨਾ ਮੋਢਾ ਲਗਾ ਕੇ ਪਾਰ ਲਗਾਇਆ। ਬੋਲੇ ਸੋਨਿਆ ਸਤਿ ਸ੍ਰੀ ਅਕਾਲ। ਤੇ ਜਦੋਂ ਗੁਰੂ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਭਾਈ ਮੱਖਣ ਸ਼ਾਹ ਨੂੰ ਦਰਸ਼ਨ ਦਿੱਤੇ ਨਾ, ਇਸ ਤਰ੍ਹਾਂ ਮੱਖਣ ਸ਼ਾਹ ਫਿਰ ਕੋਠੇ ਉੱਤੇ ਚੜ ਕੇ ਕਹਿੰਦੇ ਨੇ ਗੁਰੂ ਲਾ ਦੋਰੇ, ਗੁਰੂ ਲਾ ਦੋਰੇ ਪ੍ਰਗਟ ਕਰ ਦਿੱਤਾ ਸਾਰੇ ਜਗਤ ਦੇ ਅੰਦਰ। ਇਤਿਹਾਸ ਤਾਂ ਬਹੁਤ ਵੱਡਾ ਹੈ ਗੁਰੂ ਤੇਗ ਬਹਾਦਰ ਜੀ ਦਾ। ਸੋ ਸਮਾਂ ਜਿਹੜਾ ਹੈ ਉਹ ਸੀਮਤ ਹੈ, ਆਪਾਂ ਉੱਥੇ ਚਲੀਏ ਇਸ ਦਿੱਲੀ ਦੇ ਚਾਂਦਨੀ ਚੌਕ ਵਿੱਚ, ਕਿਉਂਕਿ ਇੰਨਾ ਵੱਡਾ ਇਤਿਹਾਸ ਕੇਵਲ ਅੱਧੇ ਘੰਟੇ ਵਿੱਚ ਨਹੀਂ ਸੁਣਾਇਆ ਜਾ ਸਕਦਾ। ਸੋ ਗੁਰੂ ਪਾਤਸ਼ਾਹ ਫਿਰ ਭਾਈ ਮੱਖਣ ਸ਼ਾਹ ਨੇ ਪ੍ਰਗਟ ਕਰਕੇ ਫਿਰ ਅੰਮ੍ਰਿਤਸਰ ਦੀ ਧਰਤੀ ਤੇ ਵੀ ਗਏ। ਫਿਰ ਗੁਰੂ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਜਿੱਥੇ ਹੈ ਤੁਸੀਂ ਜਾਣਦੇ ਹੋ, ਇਹ ਥਾਂ ਵੀ ਮੁੱਲ ਖਰੀਦ ਕੇ ਚੱਕ ਨਾਨਕੀ ਨਾਮ ਤੋਂ ਨਗਰ ਵਸਾਇਆ। ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਪਟਨਾ ਸਾਹਿਬ ਵਿਖੇ ਆਮਦ ਹੋਈ, ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਕਿੱਥੇ ਆਏ? ਅਨੰਦਪੁਰ ਸਾਹਿਬ, ਜਿਹਦਾ ਨਾਮ ਪਹਿਲਾਂ ਚੱਕ ਨਾਨਕੀ ਸੀ। ਗੁਰੂ ਗੋਬਿੰਦ ਸਿੰਘ ਜੀ ਨੂੰ ਸੱਦਿਆ ਤੇ ਪਰਿਵਾਰ ਨਾਲ ਗੁਰੂ ਪਾਤਸ਼ਾਹ ਇੱਥੇ ਮਾਤ ਨਾਨਕੀ ਤੇ ਮਾਤਾ ਗੁਜਰ ਜੀ ਤੇ ਸਾਰੇ ਇੱਥੇ ਪਹੁੰਚੇ। ਉਸ ਵੇਲੇ ਜਦੋਂ ਚੱਕ ਨਾਨਕੀ ਦੀ ਜੂਹ ਤੇ ਗੁਰੂ ਗੋਬਿੰਦ ਸਿੰਘ ਜੀ ਬਾਲ ਗੋਬਿੰਦ ਰਾਏ ਨੇ ਆਨੰਦ ਸਾਹਿਬ ਜੀ ਦੀਆਂ 5 ਪੌੜੀਆਂ ਤੇ 6ਵੀਂ ਪੌੜੀ ਪੜ੍ਹੀ ਤੇ ਉਸ ਤੋਂ ਬਾਅਦ ਪਿੰਡ ਇਸ ਇਲਾਕੇ ਦਾ ਨਾਮ ਅਨੰਦਪੁਰ ਸਾਹਿਬ ਰੱਖਿਆ ਗਿਆ। ਅਨੰਦਪੁਰ ਸਾਹਿਬ ਦੇ ਅੰਦਰ ਕੁਝ ਸਮਾਂ ਰਹੇ। ਉਦੋਂ ਔਰੰਗਜ਼ੇਬ ਤਖਤ ਤੇ ਬੈਠਾ ਸੀ। ਔਰੰਗਜ਼ੇਬ ਬੜਾ ਜ਼ਾਲਮ ਸੀ ਬਾਦਸ਼ਾਹ। ਇਸ ਨੇ ਤਖਤ ਤੇ ਬੈਠਣ ਲੱਗਿਆ ਆਪਣੇ ਪਿਤਾ ਨੂੰ ਪਹਿਲਾਂ ਕੈਦ ਕੀਤਾ, ਫਿਰ ਤੜਪਾ ਕੇ ਉਹਨੂੰ ਮੌਤ ਦੇ ਹਵਾਲੇ ਕਰ ਦਿੱਤਾ। ਇਹਨੇ ਆਪਣੇ 3 ਭਰਾਵਾਂ ਦਾ ਕਤਲ ਕੀਤਾ। ਵਿਦਵਾਨ ਲਿਖਦੇ ਨੇ ਇਹਦੀ ਇੱਕ ਭੈਣ ਸੀ ਰੋਸ਼ਨ ਆਰਾ, ਉਸ ਦਾ ਵੀ ਇਸਨੇ ਕਤਲ ਕਰ ਦਿੱਤਾ। ਇਹਦੀ ਇੱਕ ਆਪਣੀ ਧੀ ਸੀ, ਉਹਦਾ ਵੀ ਇਹਨੇ ਕਤਲ ਕਰ ਦਿੱਤਾ, ਥੋੜਾ ਥੋੜਾ ਜ਼ਹਿਰ ਦੇ ਕੇ। ਇਤਨਾ ਵੱਡਾ, ਕਿਉਂਕਿ ਜਿਹੜੇ ਕੁਝ ਮੁਸਲਮਾਨ ਸਨ ਇਹਦੇ ਖਿਲਾਫ ਸਨ ਤੇ ਇਹਨੇ ਸਾਰੇ ਮੁਸਲਮਾਨਾਂ ਨੂੰ ਆਪਣੇ ਨਾਲ ਜੋੜਨ ਵਾਸਤੇ ਇਹਨੇ ਇਹ ਕਿਹਾ ਕਿ ਮੈਂ ਸਾਰੇ ਇਸ ਹਿੰਦੁਸਤਾਨ ਨੂੰ ਇਸਲਾਮ ਵਿੱਚ ਤਬਦੀਲ ਕਰ ਦੇਵਾਂਗਾ। ਜਿਸ ਤਰ੍ਹਾਂ ਤੁਰਕਿਸਤਾਨ, ਅਫਗਾਨਿਸਤਾਨ ਇਹ ਕੇਵਲ ਇਸਲਾਮ ਦੇ ਇਲਾਕੇ ਹੀ ਬਣ ਕੇ ਰਹਿ ਗਏ ਨਾ, ਇਸੇ ਤਰ੍ਹਾਂ ਹਿੰਦੁਸਤਾਨ ਨੂੰ ਵੀ ਕਹਿੰਦੇ ਨੇ ਇਸਲਾਮ ਵਿੱਚ ਤਬਦੀਲ ਕਰ ਦੇਵਾਂਗਾ। ਇਸਨੇ ਫਿਰ ਕੀ ਕੀਤਾ, ਕੁਝ ਮੰਦਰ ਵੀ ਢਾਏ ਤੇ ਕਸ਼ਮੀਰ ਦੇ ਅੰਦਰ ਉਦੋਂ ਵਿਦਵਾਨ ਪੰਡਤ ਰਹਿੰਦੇ ਸਨ। ਉੱਥੇ ਦਾ ਜਿਹੜਾ ਸੂਬੇਦਾਰ ਸੀ ਸਾਹਿਬ ਖਾਨ, ਉਹ ਖੁਦਾਪਰਸਤ ਬੰਦਾ ਸੀ, ਉਸ ਨੂੰ ਹਟਾ ਕੇ ਇਸਨੇ ਸ਼ੇਰ ਅਫਗਾਨ ਨੂੰ ਉੱਥੇ ਦਾ ਸੂਬੇਦਾਰ ਬਣਾਇਆ।
ਤੇ ਉਸ ਨੂੰ ਇਹ ਗੱਲ ਕਹੀ ਕਿ ਜਿਹੜੇ ਇੱਥੇ ਵਿਦਵਾਨ ਪੰਡਤ ਨੇ ਉਹਨਾਂ ਨੂੰ ਸੱਦ ਕੇ ਇਹ ਕਹੋ ਕਿ 3 ਸ਼ਰਤਾਂ ਰੱਖੋ ਉਹਨਾਂ ਦੇ ਸਾਹਮਣੇ, ਇਹ ਕਿ ਜੇ ਤਾਂ ਲਾਲਚ ਦੇ ਕੇ ਉਹਨਾਂ ਨੂੰ ਮੁਸਲਮਾਨ ਬਣਾਓ, ਜੇ ਲਾਲਚ ਦੇ ਕੇ ਨਹੀਂ ਬਣਦੇ ਤੇ ਫਿਰ ਉਹਨਾਂ ਨੂੰ ਡਰਾ ਧਮਕਾ ਕੇ ਉਹਨਾਂ ਦੀ ਜ਼ਮੀਨ ਜਾਇਦਾਦ ਜੋ ਵੀ ਹੈ ਉਹ ਖੋਹ ਲਓ। ਜੇ ਇਸ ਤਰ੍ਹਾਂ ਵੀ ਨਹੀਂ ਬਣਦੇ ਤੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿਓ, ਉਹਨਾਂ ਦਾ ਕਤਲ ਕਰ ਦਿਓ। ਜਦੋਂ ਇਸ ਤਰੀਕੇ ਨਾਲ ਉਹਨਾਂ ਨੇ ਕਿਹਾ ਤੇ ਸ਼ੇਰ ਅਫਗਾਨ ਸੂਬੇਦਾਰ ਬਣ ਕੇ ਆਇਆ ਕਸ਼ਮੀਰ ਦਾ। ਇਹਨੇ ਵਿਦਵਾਨ ਪੰਡਤ ਸਾਰੇ ਆਪਣੇ ਦਰਬਾਰ ਵਿੱਚ ਸੱਦੇ ਤੇ ਉਹਨਾਂ ਨੂੰ ਜਦੋਂ ਇਹ ਕਹੇ ਕਿ ਮੁਸਲਮਾਨ ਧਰਮ ਵਿੱਚ ਤੁਸੀਂ ਸ਼ਾਮਲ ਹੋ ਜਾਓ, ਨਹੀਂ ਤਾਂ ਤੁਹਾਡਾ ਕਤਲ ਕਰ ਦਿੱਤਾ ਜਾਏਗਾ, ਉਹ ਸਾਰੇ ਹੀ ਕੰਬ ਗਏ। ਉਹਨਾਂ ਵਿੱਚੋਂ ਇੱਕ ਵਿਦਵਾਨ ਪੰਡਤ ਨੇ ਕਿਹਾ ਕਿ ਸਾਨੂੰ 6 ਮਹੀਨੇ ਦਾ ਟਾਈਮ ਦਿੱਤਾ ਜਾਵੇ, ਅਸੀਂ 6 ਮਹੀਨੇ ਦੇ ਅੰਦਰ ਅਸੀਂ ਤੀਰਥਾਂ ਦੀ ਯਾਤਰਾ ਕਰ ਲਈਏ, ਫਿਰ ਤੁਹਾਨੂੰ ਆ ਕੇ ਦੱਸਾਂਗੇ ਕਿ ਮੁਸਲਮਾਨ ਬਣਨਾ ਹੈ ਕਿ ਨਹੀਂ। ਤੇ ਕਹਿੰਦੇ ਨੇ ਇਹਨਾਂ ਨੇ ਆਪਣੇ ਘਰ ਆ ਕੇ ਸਲਾਹ ਕਰਕੇ ਫਿਰ ਇਹ ਤੀਰਥਾਂ ਦੇ ਇਸ਼ਨਾਨ, ਤੀਰਥਾਂ ਤੇ ਦਰਸ਼ਨ ਕਰਨ ਜਾਂਦੇ ਰਹੇ। ਹਿਸਟਰੀ ਆਫ ਕਸ਼ਮੀਰ ਵਾਲਾ ਲਿਖਦਾ ਹੈ ਕਿ ਜਦੋਂ ਇਹ ਅਮਰਨਾਥ ਗਏ, ਉੱਥੇ ਗੁਫਾ ਵਿੱਚ ਇਹਨਾਂ ਨੇ ਰੋ ਰੋ ਕੇ ਸ਼ਿਵ ਜੀ ਦੇ ਅੱਗੇ ਪੁਕਾਰਾਂ ਕੀਤੀਆਂ ਤੇ ਉੱਥੇ ਸੁਪਨੇ ਵਿੱਚ ਇੱਕ ਪੰਡਤ ਨੂੰ ਸ਼ਿਵ ਜੀ ਨੇ ਦਰਸ਼ਨ ਦਿੱਤੇ ਤੇ ਸ਼ਿਵ ਜੀ ਨੇ ਇਹ ਕਿਹਾ ਕਿ ਇਸ ਵੇਲੇ ਇਸ ਹਿੰਦੁਸਤਾਨ ਦੀ ਧਰਤੀ ਤੇ ਤੁਹਾਡੀ ਕੋਈ ਬਾਂਹ ਪਕੜਨ ਵਾਲਾ ਨਹੀਂ, ਤੁਹਾਡੇ ਕੋਈ ਧਰਮ ਨੂੰ ਬਚਾਉਣ ਵਾਲਾ ਹੀ ਨਹੀਂ। ਇੱਕ ਕੇਵਲ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੈਠਾ ਹੈ ਗੁਰੂ ਤੇਗ ਬਹਾਦਰ ਜੀ, ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਤੇ 9ਵੇਂ ਪਾਤਸ਼ਾਹ। ਕੇਵਲ ਤੁਹਾਡੇ ਧਰਮ ਦੀ ਜੇ ਕੋਈ ਤੁਹਾਡੇ ਜੰਜੂ ਨੂੰ ਕੋਈ ਬਚਾ ਸਕਦਾ ਹੈ ਤੇ ਕੇਵਲ ਗੁਰੂ ਤੇਗ ਬਹਾਦਰ ਜੀ। ਫਿਰ ਵਿਦਵਾਨ ਲਿਖਦੇ ਨੇ ਕਿ ਇਹ 16 ਬੰਦਿਆਂ ਦਾ ਡੈਪੂਟੇਸ਼ਨ, 16 ਬੰਦਿਆਂ ਦਾ ਗਰੁੱਪ ਪੰਡਤ ਕਿਰਪਾ ਰਾਮ ਦੀ ਅਗਵਾਈ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਿਆ। ਆ ਕੇ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਤੇ ਉਸ ਵੇਲੇ ਇਹ ਬੜੀ ਗੰਭੀਰਤਾ ਵਿੱਚ ਬੈਠੇ ਸਨ, ਕੁਝ ਰੋ ਵੀ ਗਏ ਸਨ। ਉਸ ਵੇਲੇ ਬਾਲ ਗੋਬਿੰਦ ਰਾਏ 9 ਸਾਲ ਦੀ ਉਮਰ ਵਿੱਚ ਤੁਰਦੇ ਉੱਥੇ ਆ ਗਏ। ਉਹਨਾਂ ਨੇ ਪੁੱਛਿਆ, ਪਿਤਾ ਜੀ ਇਹ ਕੌਣ ਨੇ ਜਿਹੜੇ ਦੁਖੀ ਨੇ, ਕੀ ਕਾਰਨ? ਤੇ ਪਿਤਾ ਜੀ ਨੇ ਦੱਸਿਆ ਕਿ ਪੁੱਤਰ ਇਹਨਾਂ ਦਾ ਧਰਮ ਖਤਰੇ ਵਿੱਚ ਹੈ, ਇਹਨਾਂ ਦਾ ਤਿਲਕ ਤੇ ਜੰਜੂ ਖਤਰੇ ਵਿੱਚ ਹੈ। ਤੇ ਪਾਤਸ਼ਾਹ ਬਾਲ ਉਮਰ ਵਿੱਚ ਪੁੱਛਦੇ ਨੇ ਕਿਸ ਤਰ੍ਹਾਂ ਇਹਨਾਂ ਦਾ ਧਰਮ ਬਚਾਇਆ ਜਾ ਸਕਦਾ ਹੈ। ਕਹਿੰਦੇ ਨੇ ਪੁੱਤਰ ਔਰੰਗਜ਼ੇਬ ਨੇ ਕਤਲ ਤਾਂ ਬੜੇ ਕੀਤੇ ਨੇ, ਲੋਕ ਬਹੁਤ ਮਰਦੇ ਨੇ, ਪਰ ਕੋਈ ਕਮਾਈ ਵਾਲਾ ਮਹਾਬਲੀ ਸੂਰਮਾ ਜਦੋਂ ਆਪਣੇ ਸੀਸ ਨੂੰ ਕੁਰਬਾਨ ਕਰੇਗਾ ਉਦੋਂ ਇਹਨਾਂ ਦਾ ਧਰਮ ਬਚਾਇਆ ਜਾ ਸਕਦਾ ਹੈ। ਤੇ ਬਾਲ ਗੋਬਿੰਦ ਰਾਏ ਕਹਿੰਦੇ ਨੇ ਪਿਤਾ ਜੀ ਤੁਹਾਡੇ ਤੋਂ ਵੱਡਾ ਕੌਣ ਹੋਰ ਕਮਾਈ ਵਾਲਾ ਹੈ ਇਸ ਧਰਤੀ ਤੇ। ਉਸ ਵੇਲੇ ਗੁਰੂ ਤੇਗ ਬਹਾਦਰ ਜੀ ਨੇ ਕਹਿ ਦਿੱਤਾ, ਜਾਓ ਤੁਸੀਂ ਔਰੰਗਜ਼ੇਬ ਨੂੰ ਕਹਿ ਲਓ ਕਿ ਸਾਡਾ ਆਗੂ ਜਿਹੜਾ ਹੈ ਗੁਰੂ ਤੇਗ ਬਹਾਦਰ ਜੀ ਹੈ, ਜੇ ਉਹ ਮੁਸਲਮਾਨ ਬਣ ਜਾਏਗਾ ਤਾਂ ਅਸੀਂ ਵੀ ਮੁਸਲਮਾਨ ਬਣ ਜਾਵਾਂਗੇ। ਤੇ ਉਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਗੁਰੂ ਤੇਗ ਬਹਾਦਰ ਜੀ ਚਲੇ, ਨਾਲ 5 ਸਿੱਖ ਨੇ, ਭਾਈ ਮਤੀ ਦਾਸ ਜੀ, ਭਾਈ ਦਇਆਲਾ ਜੀ, ਭਾਈ ਸਤੀ ਦਾਸ ਜੀ, ਭਾਈ ਗੁਰਦਿੱਤਾ ਜੀ ਅਤੇ ਭਾਈ ਉਦਾ ਜੀ ਚਲੇ ਨੇ ਪੜਾ ਦਰ ਪੜਾ ਆਗਰੇ ਦੀ ਧਰਤੀ ਤੇ। ਪਰ ਗੁਰੂ ਪਾਤਸ਼ਾਹ ਜੀ ਨੂੰ ਕੈਦ ਕੀਤਾ ਗਿਆ। ਉਦੋਂ 2 ਸਿੱਖ ਵੱਖਰੇ ਹੋ ਗਏ ਨੇ, ਭਾਈ ਉਦਾ ਜੀ ਤੇ ਭਾਈ ਗੁਰਦਿੱਤਾ ਜੀ। ਭਾਈ ਮਤੀ ਦਾਸ, ਭਾਈ ਸਤੀ ਦਾਸ ਜੀ, ਭਾਈ ਦਇਆਲਾ ਜੀ ਨੂੰ ਨਾਲ ਗ੍ਰਿਫਤਾਰ ਕਰਕੇ ਇਸ ਦਿੱਲੀ ਦੀ ਧਰਤੀ ਤੇ ਲਿਆਂਦਾ ਚਾਂਦਨੀ ਚੌਕ ਵਿੱਚ। ਇੱਥੇ ਕਹਿੰਦੇ ਨੇ ਕਿ ਇੱਕ ਪੁਰਾਣੀ ਹਵੇਲੀ ਸੀ ਜਿਹਦੇ ਵਿੱਚ ਦੱਸਿਆ ਜਾਂਦਾ ਸੀ ਕਿ ਭੂਤਾਂ ਪ੍ਰੇਤਾਂ ਦਾ ਵਾਸਾ ਹੈ। ਉੱਥੇ ਗੁਰੂ ਪਾਤਸ਼ਾਹ ਜੀ ਨੂੰ ਤੇ ਨਾਲ ਪਿਆਰੇ ਸਿੱਖਾਂ ਨੂੰ ਕੈਦ ਕੀਤਾ। ਫਿਰ ਗੁਰੂ ਪਾਤਸ਼ਾਹ ਜੀ ਦੇ ਅੱਗੇ 3 ਸ਼ਰਤਾਂ ਰੱਖੀਆਂ। 3 ਸ਼ਰਤਾਂ ਇਹ ਰੱਖੀਆਂ ਕਿ ਪਹਿਲਾ ਸ਼ਰਤ ਇਹ ਹੈ ਕਿ ਤੁਸੀਂ ਕਲਮਾ ਪੜ੍ਹ ਕੇ ਮੁਸਲਮਾਨ ਬਣ ਜਾਓ, ਇਸਲਾਮ ਧਰਮ ਨੂੰ ਕਬੂਲ ਕਰ ਲਓ ਤਾਂ ਠੀਕ ਹੈ, ਤੁਹਾਨੂੰ ਸੰਸਾਰ ਦੇ ਸਾਰੇ ਸੁੱਖ ਮਿਲਣਗੇ। ਨਹੀਂ ਤਾਂ ਫਿਰ ਦੂਜੀ ਸ਼ਰਤ ਇਹ ਹੈ ਕਿ ਤੁਸੀਂ ਕਰਾਮਾਤ ਕੋਈ ਦਿਖਾਓ
नहीं तो वरत तीजी ये है कि तुसी कतल होने वास्ते तैयार हो जाओ। एक विद्वान लिखता है, कहते ने मैं पढ़िया कि उल्टी गंगा बहा दी, मैनू कदे गल समझ नहीं आई। मैं सोचता सी ये क्यों, पर जदों गुरु तेग बहादुर जी का इतिहास पढ़िया ना, जीवन पढ़िया, उदों मैनू पता लगा कि गुरु तेग बहादुर जी ने उल्टी गंगा बहाई। वो क्यों? कहते ने अजे तक इतिहासां विच ये लिखिया होया हिस्ट्रियां दे अंदर कि कतल करन वाला जिहड़ा कतल करदा है उहदे कोल चल के जांदा है, पर गुरु तेग बहादुर जी उहदे कोल आए जिहड़ा कतल करन वाला है, मकतूल कातल कोल चल के आया। सो जदों ये तीन शर्तां रखियां, गुरु पातशाह जी ने कहा कि तुहानू तुहाडा धर्म मुबारक, तुहाडा धर्म प्यारा, सानू साडा धर्म प्यारा। दूजी गल तुसीं कहंदे करामात, करामात कहर दा नाम है। ते तीजी शर्त तुहाडी जिहड़ी है ना, असीं आए ही कतल होण वास्ते हाँ। ते 10 नवंबर नूं फिर उत्थे एक विद्वान लिखते ने कि गुरु तेग बहादुर जी ने जिस पिंजरे के अंदर कैद किया सी ना, उस पिंजरे के अंदर गुरु पातशाह चंगी तरह खड़े भी नहीं हो सकते, अंदर सूलां लगियां सन। ना गुरु पातशाह ढो लगा सकते ने, ना गुरु पातशाह बैठ सकते ने। भाई मती दास गुरु का दीवान सी, ये दादे परदादे तो सिੱਖੀ इन्हां दे परिवार विच सी। भाई मती दास ते भाई सती दास दोवें सके भरा ने। भाई मती दास गुरु का दीवान है, भाई दयाला जी, भाई मनी सिंह जी दे भरा ने सके। इन्हां दे दादे परदादियां तो गुरु की सिੱਖੀ की दात लई हुई है गुरु अर्जन देव जी तो। सो जदों भाई मती दास जी ने गुरु पातशाह जी पिंजरे के अंदर देखा तो ये कोल रहा ना गया। वो कहना सतगुरु तुसी इस हालत विच जे तुसी मैनू बेनती हुक्म करो तो मैं तुहाडे हुक्म के अनुसार इस लाहौर की ते दिल्ली की घटना में खड़का देवां। गुरु पातशाह कहते ने मती दास अज तेरे को इतनी पावर कितों आई, अज इतनी समर्था कितों आई? दाता जी तुहाडे चरणों में रह के। तो गुरु पातशाह कहते हैं जिस दे चरणों में रह कर तेरे को इतनी ताकत आई, एक समुद्र को पानी का तुपका लैके तू कहता है तो समुद्र को कुछ नहीं। दरअसल आज जे परमात्मा ने ताकत दी है कि तू जरना सिख, क्योंकि ताण होंदे रहे निताणा। गुरबाणी के अंदर जिक्र आउंदा है जे परमात्मा ने ताकत दी है तो उस ताकत नू जरना सिख। मती दास के हाथ जुड़ गए। ये बचन काजी ने सुने, उहदे अहलकारां ने सुने। काजी अगले दिन कहता है 10 नवंबर सन 1675 नूं कहते ने मती दास नूं ही पहलों लिआंदा गया। कहता भाई तू कहता सी अपने गुरु नूं दिखा करामात। कहते प्यारिया ताकत ता समर्था ता बड़ी दी है गुरु ने, पर मेरे गुरु का हुक्म नहीं, इस करके करामात नहीं दिखावनी। कहते फिर मुसलमान बन जा, संसार के सुख सारे मिलणगे। अगों कहता मैं गुरु घर का दीवान सी, गुरु घर विच सारे सुख में माणे ने। कहते फिर कतल होने वास्ते तेनू 2 फटियां के अंदर पीड़ के तेरे शरीर के 2 टुकड़े कर दिते जाणगे आरे नाल। कहते ये मैनू प्यारा है। कोई कहते 2 टुकड़े कर दिते जाणगे आरे नाल। कहते आरे नाल 2 टुकड़े कर दिते जाणगे। तेरी कोई अंतिम इच्छा? कहते अंतिम इच्छा ये है कि एक मेरा मुख मेरे गुरु वाल होवे ते दूजा तुसी आरा आराम आराम नाल चढ़ाना, क्योंकि मैं जपजी साहब का पाठ शुरू करन लगा। जदों तक जपजी साहब का पाठ होवे उदों तक मेरी जेबा ते आरा नहीं आना चाहिए। देखो जपजी साहब ने मैं पहलों ही कहा, जपजी साहब का पाठ इस सिख ने आरंभ किया, उन्होंने आरा चलाना शुरू किया। अंदर बैठा गुरु पातशाह देख रहा ते जदों शरीर के 2 टुकड़े हो गए, एक इधर डिगा तो एक इधर डिगा,
ਉਦੋਂ ਬਚਨ ਆਵਾਜ਼ ਆ ਰਹੀ ਹੈ, ਦੋਵਾਂ ਟੁਕੜਿਆਂ ਵਿੱਚੋਂ ਕਰਮਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ। ਇਹ ਬਾਣੀ ਆ ਰਹੀ ਹੈ ਤੇ ਜਦੋਂ ਫਿਰ ਅਖੀਰ ਤੇ ਕੇਤੀ ਛੁੱਟੀ ਹੋਈ ਤੇ ਅੰਦਰੋਂ ਗੁਰੂ ਪਾਤਸ਼ਾਹ ਕਹਿੰਦੇ ਨੇ ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ, ਗੁਰੂ ਤੇਗ ਬਹਾਦਰ ਜੀ ਕਹਿੰਦੇ। ਫਿਰ ਭਾਈ ਦਿਆਲਾ ਜੀ ਨੂੰ ਲਿਆਂਦਾ, ਕਹਿੰਦੇ ਨੇ ਤੂੰ ਦੱਸ ਤੂੰ ਕੀ ਚਾਹੁੰਦਾ ਹੈ, ਕਲਮਾ ਪੜ੍ਹ ਕੇ ਮੁਸਲਮਾਨ ਬਣਨਾ ਚਾਹੁੰਦਾ ਹੈ ਜਾਂ ਫਿਰ ਕਰਾਮਾਤ ਦਿਖਾਏਗਾ ਜਾਂ ਫਿਰ ਕਤਲ ਹੋਣ ਵਾਸਤੇ ਤੈਨੂੰ ਦੇਗ ਦੇ ਅੰਦਰ ਉਬਾਲਿਆ ਜਾਏਗਾ। ਅੱਗੋਂ ਭਾਈ ਦਿਆਲਾ ਜੀ ਕਹਿੰਦੇ ਨੇ ਠੀਕ ਹੈ, ਦੇਗ ਵਿੱਚ ਉਬਾਲਿਆ ਜਾਏ, ਕੋਈ ਗੱਲ ਨਹੀਂ। ਹੱਥ ਜੋੜ ਕੇ ਗੁਰੂ ਤੇਗ ਬਹਾਦਰ ਜੀ ਨੂੰ ਕਹਿੰਦੇ ਨੇ ਦਾਤਾ ਜੀ, ਪੰਜਵੇਂ ਜਾਮੇ ਵਿੱਚ ਤੁਸੀਂ ਬੈਠ ਕੇ ਦੇਗ ਵਿੱਚ ਉਬਾਲਾ ਖਾਧਾ ਸੀ, ਅੱਜ ਤੇਰਾ ਸਿੱਖ ਬੈਠਣ ਲੱਗਾ ਹੈ, ਸਿਰ ਤੇ ਮਹਿਰ ਭਰਿਆ ਹੱਥ ਰੱਖਣਾ। ਤੇ ਦੇਗ ਦੇ ਅੰਦਰ ਅਸੀਂ ਫੋਟੋਆਂ ਦੇ ਅੰਦਰ ਦੇਖਦੇ ਹਾਂ ਸਿਰ ਬਾਹਰ ਕੱਢਿਆ, ਇਸ ਤਰ੍ਹਾਂ ਨਹੀਂ। ਦੇਗ ਦੇ ਅੰਦਰ ਪਾਣੀ ਗਰਮ ਕਰਕੇ ਉਹਦੇ ਵਿੱਚ ਭਾਈ ਦਿਆਲਾ ਜੀ ਨੂੰ ਬਿਠਾ ਕੇ ਉੱਪਰ ਢੱਕਣ ਦੇ ਦਿੱਤਾ ਤੇ ਜਦੋਂ ਢੱਕਣ ਹਟਾਇਆ ਤੇ ਮਾਸ ਅਲੱਗ ਸੀ, ਹੱਡੀਆਂ ਅਲੱਗ ਸਨ। ਗੁਰੂ ਪਾਤਸ਼ਾਹ ਨੇ ਫਿਰ ਬਚਨ ਕਿਹਾ ਧੰਨ ਸਿੱਖੀ, ਧੰਨ ਸਿੱਖੀ। ਹੁਣ ਭਾਈ ਸਤੀ ਦਾਸ ਜੀ ਨੂੰ ਲਿਆਂਦਾ ਹੈ। ਭਾਈ ਸਤੀ ਦਾਸ ਜੀ ਨੂੰ ਪੁੱਛਦੇ ਤੂੰ ਦੱਸ, ਨਹੀਂ ਤਾਂ ਤੈਨੂੰ ਰੂਹ ਵਿੱਚ ਲਪੇਟ ਕੇ ਸਾੜਿਆ ਜਾਏਗਾ। ਕਹਿੰਦੇ ਨੇ ਸਤ ਬਚਨ। ਭਾਈ ਮਤੀ ਸਤੀ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਤੇ ਸਾੜ ਦਿੱਤਾ। ਉਸ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਨੂੰ ਫਿਰ ਪਿੰਜਰੇ ਵਿੱਚ ਲੈ ਗਏ। ਤਿੰਨੋਂ ਸਿੱਖ ਸ਼ਹੀਦ ਹੋ ਗਏ 10 ਨਵੰਬਰ ਨੂੰ 1675 ਨੂੰ। ਅਗਲੇ ਦਿਨ ਡੋਂਡੀ ਪਿਟਵਾਈ ਗਈ। ਧਿਆਨ ਦੇਣਾ, ਢੰਡੋਰਾ ਪਿਟਵਾਇਆ ਗਿਆ ਕਿ ਸਿੱਖਾਂ ਦੇ 9ਵੇਂ ਗੁਰੂ ਨੂੰ ਚਾਂਦਨੀ ਚੌਕ ਦੇ ਅੰਦਰ ਕੱਲ ਸ਼ਹੀਦ ਕਰ ਦਿੱਤਾ ਜਾਏਗਾ। ਹਜ਼ਾਰਾਂ ਲੋਕਾਂ ਦੀ ਭੀੜ ਇਕੱਠੀ ਹੋਈ, ਉਹਨਾਂ ਵਿੱਚੋਂ ਪਿਆਰ ਵਾਲੇ ਭਾਈ ਜੇਤਾ ਜੀ ਵੀ ਨੇ ਜਿਨ੍ਹਾਂ ਦੇ ਅੰਦਰ ਦਰਦ ਹੈ, ਦੂਰੋਂ ਦੇਖ ਰਹੇ ਨੇ। ਕਹਿੰਦੇ ਪੁੱਛਦੇ ਨੇ ਗੁਰੂ ਤੇਗ ਬਹਾਦਰ ਜੀ ਨੂੰ ਲਿਆ ਕੇ 11 ਨਵੰਬਰ ਨੂੰ ਤੁਹਾਨੂੰ ਸਾਡੀਆਂ ਸ਼ਰਤਾਂ ਮਨਜ਼ੂਰ ਨੇ, ਮੁਸਲਮਾਨ ਬਣਨ ਵਾਸਤੇ ਤਿਆਰ ਹੋ? ਗੁਰੂ ਪਾਤਸ਼ਾਹ ਕਹਿੰਦੇ ਨਹੀਂ। ਕਰਾਮਾਤ ਦਿਖਾਓ, ਕਹਿੰਦੇ ਨਹੀਂ, ਕਰਾਮਾਤ ਕਹਿਣ ਦਾ ਨਾਮ ਹੈ। ਤੇ ਫਿਰ ਕਹਿੰਦੇ ਸ਼ਹੀਦ ਗੁਰੂ ਪਾਤਸ਼ਾਹ ਕਹਿੰਦੇ ਨੇ ਅਸੀਂ ਚੱਲ ਕੇ ਸ਼ਹੀਦ ਹੋਣ ਵਾਸਤੇ ਆਏ ਹਾਂ। ਜਦੋਂ ਇਹ ਬਚਨ ਕਹੇ ਤੇ ਫਿਰ ਕਹਿੰਦੇ ਅੰਤਮ ਇੱਛਾ, ਕਹਿੰਦੇ ਅੰਤਮ ਇੱਛਾ ਇਹ ਹੈ ਕਿ ਇਸ਼ਨਾਨ ਨਹੀਂ ਕੀਤਾ, ਇਸ਼ਨਾਨ ਕਰਨਾ ਹੈ। ਜਿੱਥੇ ਤੁਸੀਂ ਜਾਂਦੇ ਹੋ ਸੀਸਗੰਜ ਸਾਹਿਬ ਦੇ ਅੰਦਰ ਖੂਹ ਹੈ, ਇੱਥੋਂ ਪਾਣੀ ਕੱਢ ਕੇ ਗੁਰੂ ਤੇਗ ਬਹਾਦਰ ਜੀ ਨੇ ਇੱਥੇ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕੀਤਾ। ਜਪਜੀ ਸਾਹਿਬ ਦਾ ਪਾਠ ਕਰਕੇ ਗੁਰਮੁਖ ਵਿਦਵਾਨ ਲਿਖਦੇ ਨੇ ਜਦੋਂ ਉਸ ਮਾਲਕ ਦੇ ਅੱਗੇ ਨਮਸਕਾਰ ਕੀਤੀ, ਜਲਾਦ ਨੇ ਉਸੇ ਵੇਲੇ ਸੀਸ ਧੜ ਤੋਂ ਅਲੱਗ ਕਰ ਦਿੱਤਾ। ਤੇ ਉਸ ਵੇਲੇ ਕਹਿੰਦੇ ਨੇ ਭਾਈ ਜੇਤਾ ਜੀ ਵੀ ਵਿਚਕਾਰ ਨੇ। ਸ਼ਾਮ ਦਾ ਸਮਾਂ ਹੋ ਗਿਆ, ਝੱਖੜ ਚੁੱਲਿਆ। ਉਸ ਵੇਲੇ ਭਾਈ ਜੇਤਾ ਜੀ ਗੁਰੂ ਪਾਤਸ਼ਾਹ ਜੀ ਦਾ ਸੀਸ ਲੈ ਕੇ ਟੋਕਰੀ ਵਿੱਚ ਕੱਪੜੇ 'ਚ ਵੇਲੇਟ ਕੇ ਤੇ ਅਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ ਨੇ। ਉਸ ਲਾਲ ਗੁਰੂ ਕੇ ਲਾਲ ਦਾ ਜਿਗਰਾ ਦੇਖੋ। 5 ਦਿਨ 5ਵੇਂ ਦਿਨ ਜਾ ਕੇ ਪੜਾ ਕਰਕੇ ਕੀਰਤਪੁਰ ਸਾਹਿਬ ਪਹੁੰਚੇ ਤੇ ਗੁਰੂ ਪਾਤਸ਼ਾਹ ਜੀ ਗਲ ਵਕਰੀ ਵਿੱਚ ਲੈ ਕੇ ਕਿਹਾ ਰੰਗ ਰੇਤਾ ਗੁਰੂ का बेटा, बेटे की पदवी देती। एक बिंदी पुत्र है, एक नादी पुत्र है ते इहनूं भी गल वकरी विच एक लीक पुत्र है। गुरु पातशाह जी ने बेटे की पदवी दी। नाल पुछया कोई ऐसा सिख भी सी उत्थे? दाता जी हजारां दी भीड़ सी, कोई सिख नजर ही की पता कौन सिख है कौन नहीं। उस वेले कलगियां वाले ने कहा सी कि मैं सिख नूं ऐसा रूप दवांगा, लखां विच करोड़ां विच खड़ा होएगा ते एक कल्ला ही नजर आएगा। ਉਹਦਾ ਰੂਪ ਸਾਨੂੰ ਦਿੱਤਾ ਅੱਜ, ਪਰ ਅੱਜ ਇਸ ਚੀਜ਼ ਨੂੰ ਅਸੀਂ ਇਗਨੋਰ ਕਰੀ ਜਾ ਰਹੇ ਹਾਂ। ਸਾਡੇ ਬੱਚੇ ਟੋਪੀਆਂ ਪਾਈ ਫਿਰਦੇ ਨੇ, ਮਾਫ ਕਰਨਾ। ਜਦੋਂ ਕਹੋ ਦੁੱਖ ਲੱਗਦਾ ਹੈ, ਦਾੜੀਆਂ ਕੱਟੀ ਫਿਰਦੇ ਨੇ, ਕਿਉਂਕਿ ਮਾਵਾਂ ਦੱਸਦੀਆਂ ਨਹੀਂ ਨਾ, ਇਤਿਹਾਸ ਦੱਸਦੇ ਨਹੀਂ ਬੱਚਿਆਂ ਨੂੰ। ਹੁਣ ਉੱਥੇ ਗੁਰੂ ਪਾਤਸ਼ਾਹ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ
ਅਨੰਦਪੁਰ ਸਾਹਿਬ ਜਿੱਥੇ ਗੁਰਦੁਆਰਾ ਸੀਸਗੰਜ ਸਾਹਿਬ ਹੈ, ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗਾ, 5 ਮਿੰਟ ਹੋਰ। ਉਦੋਂ ਫਿਰ ਭਾਈ ਲੱਖੀ ਸ਼ਾਹ ਮਨਜਾਰਾ ਜਿਹੜਾ ਉਹ ਵੀ ਬਹੁਤ ਵੱਡਾ ਵਪਾਰੀ ਸੀ, ਉਹ ਗੁਰੂ ਪਾਤਸ਼ਾਹ ਜੀ ਦਾ ਧੜ ਚੁੱਕ ਕੇ ਲੈ ਗਿਆ। ਜਿੱਥੇ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਹੈ, ਉਸ ਸਥਾਨ ਤੇ ਲੈ ਕੇ ਉਹਦਾ ਆਪਣਾ ਘਰ ਸੀ। ਬੜੇ ਪਿਆਰ ਅਦਬ ਨਾਲ ਸੀਸ ਦਾ ਸਰੀਰ ਦਾ ਧੜ ਦਾ ਸੰਸਕਾਰ ਕਰਕੇ ਅੱਗ ਲਗਾ ਕੇ ਰੌਲਾ ਮਚਾ ਦਿੱਤਾ, ਮੇਰੇ ਘਰ ਨੂੰ ਅੱਗ ਲੱਗ ਗਈ। ਤੇ ਉਹ ਸਮਾਂ ਆਇਆ ਫਿਰ ਜਦੋਂ ਗੁਰੂ ਕੇ ਸਿੰਘਾਂ ਨੇ ਇਸ ਦਿੱਲੀ ਨੂੰ ਫਤਿਹ ਕੀਤਾ, ਇਸ ਲਾਲ ਕਿਲੇ ਦੇ ਅੰਦਰ ਝੰਡਾ ਝੁਲਾਇਆ, ਇਸ ਲਾਲ ਕਿਲੇ ਦੇ ਉੱਤੇ ਕਿਸ ਨਿਸ਼ਾਨ ਝੁਲਾਇਆ। ਉਹ ਸਮਾਂ ਆਇਆ ਤੇ ਉਸ ਵੇਲੇ ਗੁਰੂ ਪਾਤਸ਼ਾਹ ਜੀ ਦੇ ਕੋਲ ਜਿਹੜਾ ਬਾਦਸ਼ਾਹ ਸ਼ਾਹ ਆਲਮ ਸੀ, ਉਹ ਆਪਣੀ ਬੇਗਮਾਂ ਨਾਲ ਆਇਆ ਕਿ ਸਿੱਖੋ, ਤੁਹਾਡਾ ਕੰਮ ਹੈ ਕਿ ਝੰਡੇ ਝੁਲਾਣੇ ਤੇ ਫਿਰ ਚਲੇ ਜਾਣਾ। ਤੇ ਗੁਰੂ ਕੇ ਸਿੱਖਾਂ ਨੇ ਕਿਹਾ, ਭਾਈ ਬਘੇਲ ਸਿੰਘ ਸੀ ਉਸ ਵੇਲੇ, ਭਾਈ ਜੱਸਾ ਸਿੰਘ ਰਾਮਗੜੀਆ, ਜੱਸਾ ਸਿੰਘ ਆਲੂਵਾਲੀਆ ਔਰ ਮੁਖੀ ਸਿੱਖਾਂ ਨੇ ਕਿਹਾ ਕਿ ਤੁਹਾਨੂੰ ਸਾਨੂੰ ਟੈਕਸ ਦੇਣਾ ਪਏਗਾ। ਬਾਦਸ਼ਾਹ ਕਹਿੰਦਾ ਠੀਕ ਹੈ, ਟੈਕਸ ਦੇਵਾਂਗੇ। ਤੇ ਦੂਜੀ ਸ਼ਰਤ ਇਹ ਹੈ ਕਿ ਦਿੱਲੀ ਦੇ ਅੰਦਰ ਜਿੰਨੇ ਸਾਡੇ ਗੁਰਦੁਆਰੇ ਨੇ, ਗੁਰੂਆਂ ਦੇ ਨਿਸ਼ਾਨ ਨੇ, ਅਸੀਂ ਉਹ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨੀ ਹੈ। ਜਿੰਨਾ ਚਿਰ ਉਹ ਨਹੀਂ ਹੁੰਦੀ ਅਸੀਂ ਇੱਥੇ ਹੀ ਹਾਂ। ਗੁਰਦੁਆਰਾ ਬਾਲਾ ਸਾਹਿਬ ਦੀ ਵੀ ਥਾਂ, ਉੱਥੇ ਵੀ ਗੁਰਦੁਆਰਾ ਸਾਹਿਬ ਤਿਆਰ ਹੋ ਗਿਆ, ਮੰਗਲਾ ਸਾਹਿਬ ਵੀ, ਰਕਾਬਗੰਜ ਸਾਹਿਬ ਵੀ। ਤੇ ਜਿੱਥੇ ਗੁਰੂ ਪਾਤਸ਼ਾਹ ਜੀ ਨੂੰ ਕਤਲ ਕੀਤਾ ਸੀ ਨਾ, ਉਹ ਥਾਂ ਕਹਿੰਦੇ ਨਹੀਂ ਮਿਲ ਰਹੀ ਸੀ। ਤੇ ਅੱਜ ਫਿਰ ਇੱਕ ਡੋਂਡੀ ਉਦੋਂ ਪਿਟਵਾਈ ਗਈ ਜਦੋਂ ਗੁਰੂ ਪਾਤਸ਼ਾਹ ਨੂੰ ਸ਼ਹੀਦ ਕਰਨਾ ਸੀ, ਕਿ ਸਾਰੀ ਦਿੱਲੀ ਦੇ ਹਜ਼ਾਰਾਂ ਲੋਕ ਉੱਥੇ ਇਕੱਠੇ ਹੋਏ। ਤੇ ਅੱਜ ਫਿਰ ਜਦੋਂ ਸਿੱਖਾਂ ਨੇ ਇਸ ਦਿੱਲੀ ਦੇ ਉੱਤੇ ਫਤਿਹ ਕੀਤੀ ਤੇ ਅੱਜ ਫਿਰ ਦੁਬਾਰਾ ਡੋਂਡੀ ਪਿਟਵਾਈ ਗਈ, ਢਡੋਰਾ ਪਿਟਵਾਇਆ ਗਿਆ। ਕੀ ਢਡੋਰਾ ਪਿਟਵਾਇਆ ਗਿਆ? ਕੋਈ ਐਸਾ ਹੈ ਜਿਹੜਾ ਸਾਨੂੰ ਦੱਸੇ ਕਿ ਸਾਡੇ ਗੁਰੂ ਪਾਤਸ਼ਾਹ ਜੀ ਨੂੰ ਕਿੱਥੇ ਕਤਲ ਕੀਤਾ ਗਿਆ ਸੀ? ਉਹ ਜਗ੍ਹਾ, ਉਹ ਨਿਸ਼ਾਨਦੇਹੀ ਸਾਨੂੰ ਦੱਸੇ ਆ ਕੇ। ਕਹਿੰਦੇ ਨੇ ਉਸ ਵੇਲੇ ਇੱਕ ਬੁੱਢੀ ਔਰਤ ਜਿਹਦੀ 125 ਸਾਲ ਦੇ ਕਰੀਬ ਉਮਰ ਬਣਦੀ ਹੈ, ਵਿਦਵਾਨਾਂ ਨੇ ਲਿਖਿਆ, ਹੱਥ ਵਿੱਚ ਡੰਗੋਰੀ ਪਕੜੀ ਹੋਈ ਉਹ ਆ ਗਈ। ਕਿ 1783 ਵਿੱਚ ਸਿੱਖਾਂ ਨੇ ਦਿੱਲੀ ਫਤਿਹ ਕੀਤੀ ਸੀ। 1675 ਗੁਰੂ ਪਾਤਸ਼ਾਹ ਜੀ ਦਾ ਜਿਹੜਾ ਸ਼ਹੀਦ ਹੋਏ ਨੇ। ਤੇ ਉਸ ਵੇਲੇ ਇੱਕ ਡੰਗੋਰੀ ਪਕੜ ਕੇ ਬੁੱਢੜੀ ਮਾਈ ਆਈ ਹੈ ਤੇ ਆ ਕੇ ਕਹਿੰਦੀ, ਸਰਦਾਰਾ, ਸਰਦਾਰ ਬਘੇਲ ਸਿੰਘ ਜੀ ਦੀ ਸਰਦਾਰਾ, ਮੈਨੂੰ ਪਤਾ ਹੈ ਤੇਰੇ ਗੁਰੂ ਦਾ ਕਿੱਥੇ ਕਤਲ, ਕਿਹੜੀ ਜਗ੍ਹਾ ਤੇ ਹੋਇਆ ਸੀ, ਕਿੱਥੇ ਤੇਰੇ ਗੁਰੂ ਨੂੰ ਸ਼ਹੀਦ ਕੀਤਾ ਸੀ। ਕਹਿੰਦੇ ਨੇ ਬਘੇਲ ਸਿੰਘ ਕਹਿੰਦਾ, ਮਾਈ ਤੈਨੂੰ ਪਤਾ ਹੈ? ਕਹਿੰਦੇ ਨੇ ਹਾਂ। ਕਹਿੰਦੇ ਕਿਸ ਤਰ੍ਹਾਂ ਪਤਾ ਹੈ? ਕਹਿੰਦਾ ਜਿਹੜਾ ਜਿੱਥੇ ਤੇਰੇ ਗੁਰੂ ਨੂੰ ਕਤਲ ਕੀਤਾ ਗਿਆ ਸੀ ਨਾ, ਉਹ ਇਸ ਖੂਹੀ ਦੇ ਤੇ ਤੇਰੇ ਗੁਰੂ ਨੇ ਇਸ਼ਨਾਨ ਕੀਤਾ ਸੀ। ਤੇ ਜਿੱਥੇ ਅੱਜ ਗੁਰਦੁਆਰਾ ਸਾਹਿਬ ਪ੍ਰਕਾਸ਼ ਹੈ, ਇਸ ਅਸਥਾਨ ਤੇ ਉਸ ਨੂੰ ਕਤਲ ਕੀਤਾ ਗਿਆ ਸੀ। ਕਹਿੰਦੇ ਤੈਨੂੰ ਕਿਵੇਂ ਪਤਾ? ਕਹਿੰਦੇ ਨੇ ਮੈਂ ਉਸ ਮਾਸ਼ਕੀ ਦੀ ਔਰਤ ਹਾਂ ਜਿਸ ਮਾਸ਼ਕੀ ਨੇ ਤੇਰੇ ਗੁਰੂ ਦੇ ਖੂਨ ਦੇ ਤੁਬਕੇ ਧੋਤੇ ਸਨ। ਇੱਥੇ ਜਿਹੜਾ ਤੇਰੇ ਗੁਰੂ ਦਾ ਖੂਨ ਡੋਲਿਆ ਸੀ ਨਾ, ਉਹ ਜਿਸ ਨੇ ਪਾਣੀ ਦੀ ਮੁਸ਼ਕਲ ਭਰ ਕੇ ਮੈਂ ਉਹਦੇ ਨਾਲ ਉਹ ਥਾਂ ਸਾਫ਼ ਕੀਤੀ ਸੀ। ਸਰਦਾਰ ਬਘੇਲ ਸਿੰਘ ਨੇ ਤੇ ਚਰਨ ਪਕੜ ਲਏ। ਕਹਿੰਦੇ ਨੇ ਮਾਂ ਤੂੰ ਧਨ ਹੈ, ਤੂੰ ਮੇਰੇ ਗੁਰੂ ਦੇ ਦਰਸ਼ਨ ਕੀਤੇ ਨੇ। ਕਿਉਂਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਵੀ ਇੱਕ ਵਾਰ ਇਸੇ ਤਰ੍ਹਾਂ ਕਿਹਾ ਸੀ, ਕੋਈ ਹੈ ਐਸਾ ਸਿੱਖ ਜਿਹਨੇ ਮੇਰੇ ਕਲਗੀਆਂ ਵਾਲੇ ਦੇ ਦਰਸ਼ਨ ਕੀਤੇ ਨੇ? ਇੱਕ ਸਿੱਖ ਆਇਆ ਸੀ, ਆਪਣੇ ਦਾੜੇ ਨਾਲ ਉਹਦੇ ਚਰਨ ਤੋਂ ਝਾੜੇ ਸਨ। ਤੇ ਇਹਦੇ ਨਾਲ ਸਰਦਾਰ ਬਘੇਲ ਸਿੰਘ ਉਸ ਮਾਈ ਦੇ ਚਰਨ ਪਕੜ ਕੇ ਕਹਿੰਦਾ, ਮਾਂ ਤੂੰ ਧਨ ਹੈ, ਤੂੰ ਮੇਰੇ ਗੁਰੂ ਦੇ ਦਰਸ਼ਨ ਕੀਤੇ ਨੇ। ਕਹਿੰਦੇ ਨੇ ਭਰ ਦੇਵੇ ਦੇ ਘਰ ਭੰਡਾਰੇ ਧਨ ਨਾਲ। ਤੇ ਕਹਿੰਦੇ ਨੇ ਉਸ ਜਗ੍ਹਾ ਤੇ ਮਸਜਿਦ ਸੀ ਮੁਸਲਮਾਨਾਂ ਦੀ। ਤੇ ਸਰਦਾਰ ਬਘੇਲ ਸਿੰਘ ਨੇ ਉਹ ਥਾਂ ਨਿਸ਼ਾਨਦੇਹੀ ਜਦੋਂ ਕੀਤੀ, ਖੜਾ ਬਣਾਇਆ ਤੇ ਮੁਸਲਮਾਨ ਇਕੱਠੇ ਹੋ ਗਏ। ਉੱਥੇ ਥੋੜਾ ਝਗੜਾ ਵੀ ਹੋਇਆ ਤੇ ਬਾਦਸ਼ਾਹ ਨੇ ਜਿਹੜਾ ਸੀ ਉਹਨੇ ਵਿੱਚ ਪੈ ਕੇ ਸੁਲਾਹ ਕਰ ਦਿੱਤੀ, ਥੋੜੀ ਉਧਰੋਂ ਥਾਂ ਲਈ, ਥੋੜੀ ਉਧਰੋਂ ਲਈ ਥਾਂ, ਤੇ ਉੱਥੇ ਗੁਰੂ ਪਾਤਸ਼ਾਹ ਜੀ ਦਾ ਪ੍ਰਕਾਸ਼ ਕਰ ਦਿੱਤਾ। ਫਿਰ ਮੁਸਲਮਾਨਾਂ ਨੇ ਹਟਾ ਦਿੱਤਾ ਸੀ। ਫਿਰ ਜਦੋਂ ਗਦਰ ਹੋਇਆ, ਉਹਦੇ ਵਿੱਚ ਜੀਂਦ ਦੇ ਰਾਜਾ ਸਰੂਪ ਸਿੰਘ ਨੇ ਫਿਰ ਦੁਬਾਰਾ ਉਸ ਥਾਂ ਤੇ ਪ੍ਰਕਾਸ਼ ਕੀਤਾ। ਫਿਰ ਕੁਝ ਸਿੱਖਾਂ ਨੇ ਕਰਕੇ ਕੇਸ ਲੜ ਕੇ ਫਿਰ ਉਹ ਥਾਂ ਸੰਪੂਰਨ ਹੀ ਗੁਰੂ ਘਰ ਵਿੱਚ ਹੈ। ਸੋ ਐਸੇ ਦੀਨ ਦਿਆਲ
ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਅਸੀਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਮੇਰੇ ਨੌਜਵਾਨ ਵੀਰ ਵਾਹਿਗੁਰੂ ਸੰਤ ਬਾਬਾ ਹਿੰਮਤ ਸਿੰਘ ਜੀ ਦੇ ਨੌਜਵਾਨ ਸੇਵਕ ਸਿੱਖ ਜੱਥਾ ਜੋ ਕਿ ਹਰ ਸਾਲ ਕਰਦੇ ਨੇ, ਉਹਨਾਂ ਵੱਲੋਂ ਹੁਕਮ ਹੋਇਆ ਸੀ ਹਾਜ਼ਰੀ ਜ਼ਰੂਰ ਭਰਨੀ ਹੈ। ਗੱਦੀ ਨਸ਼ੀਨ ਸੰਤ ਬਾਬਾ ਸੁਖਦੇਵ ਸਿੰਘ ਜੀ ਵੀ ਆਏ ਹੋਏ ਨੇ। ਸੋ ਦਾਸ ਆਪ ਸਾਰਿਆਂ ਦਾ ਧੰਨਵਾਦ ਕਰਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਕਰਦਾ ਹੈ, ਆਪ ਸਾਰੀਆਂ ਸੰਗਤਾਂ ਦਾ ਧੰਨਵਾਦ, ਕਿਉਂਕਿ ਜ਼ਬਾਨ ਤੋਂ ਕੁਝ ਅਲਫਾਜ਼ ਜੇ ਗੁਰੂ ਦੀ ਸ਼ਾਨ ਵਿੱਚ ਆਪ ਵਾਸਤੇ ਕੋਈ ਗਲਤੀ ਹੋ ਗਈ ਹੋਵੇ, ਭੁੱਲਾਂ ਚੁੱਕਾਂ ਦੀ ਖਿਮਾ ਦੇਣਾ, ਅੱਗੇ ਵਾਸਤੇ ਅਰਦਾਸ ਕਰਨੀ ਕਿ ਗੁਰੂ ਪਾਤਸ਼ਾਹ ਕਿਰਪਾ ਕਰਨ, ਗੁਰੂ ਦੇ ਚਰਨਾਂ ਨਾਲ ਜੋੜੀ ਰੱਖਣ, ਆਪਣੇ ਚਰਨਾਂ ਨਾਲ ਜੋੜੀ ਰੱਖਣ, ਸਾਧ ਸੰਗਤ ਦੇ ਸੇਵਾ ਵਿੱਚ ਹਾਜ਼ਰ ਰੱਖਣ। ਭੁੱਲਾਂ ਚੁੱਕਾਂ ਦੀ ਖਿਮਾ ਪਿਆਰ ਨਾਲ ਸਾਰੇ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ